ਕਾਲ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਨਪਿੰਦਰ ਸਿੰਘ ਬਰਾੜ। ਅੱਜ ਗੱਲ ਕਿਸਾਨੀ ਦੀ ਕਰਾਂਗੇ ਕਿਉਂਕਿ ਕਿਸਾਨੀ ਸੰਘਰਸ਼ ਸਿਖਰਾਂ ਤੇ ਹੈ। ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਇਸ ਵਾਰ ਕਈ ਤਬਕੇ ਆ ਕੇ ਉਹਨਾਂ ਦੇ ਨਾਲ ਖੜੇ ਹੋਏ ਨੇ ਔਰ ਸ਼ਾਇਦ ਪਹਿਲੀ ਵਾਰ ਐਸਾ ਹੋਇਆ ਕਿ ਪੰਜਾਬ ਦਾ ਗਾਇਕ ਭਾਈਚਾਰਾ ਜਾਂ ਕਲਾਕਾਰ ਭਾਈਚਾਰਾ ਸਿੱਧੇ ਤੌਰ ਤੇ ਇਸ ਸੰਘਰਸ਼ ਦੇ ਵਿੱਚ ਮੂਹਰੀ ਰੋਲ ਨਿਭਾਉਣ ਦੇ ਲਈ ਆ ਖੜਾ ਹੋਇਆ। ਇਹਨਾਂ ਦੇ ਵਿੱਚੋਂ ਇੱਕ ਨਾਮ ਐਸਾ ਹੈ ਹਰਵਿੰਦਰ ਸਿੰਘ ਔਲਖ। ਹਰਵਿੰਦਰ ਸਿੰਘ ਔਲਖ ਤੁਸੀਂ ਕਹੋਗੇ ਕਿ ਐਸਾ ਕੋਈ ਗਾਇਕ ਨਹੀਂ ਸੁਣਿਆ ਔਰ ਨਾ ਹੀ ਇਹਦੇ ਕੋਈ ਗਾਣੇ ਸੁਣੇ ਆ, ਪਰ ਇਸ ਗਾਇਕ ਦਾ ਚਿਹਰਾ ਜੋ ਤੁਸੀਂ ਦੇਖੋਗੇ ਤਾਂ ਤੁਸੀਂ ਪਛਾਣ ਲਓਗੇ ਕਿ ਇਹ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ ਇਹ ਚਿਹਰਾ। ਪਰ ਤੁਸੀਂ ਜਾਣਦੇ ਹੋ ਇਹਨਾਂ ਨੂੰ ਹਰਫ ਚੀਮਾ ਦੇ ਨਾਂ ਦੇ ਨਾਲ। ਹਰਫ ਜੀ, ਹਾਂਜੀ, ਇਸ ਸੰਘਰਸ਼ ਦਾ ਕਿਵੇਂ ਹਿੱਸਾ ਬਣ ਗਏ ਔਰ ਉਸ ਤੋਂ ਪਹਿਲਾਂ ਇਹ ਜ਼ਰੂਰ ਦੱਸ ਦਿਓ ਵੀ ਹਰਵਿੰਦਰ ਸਿੰਘ ਔਲਖ ਤੇ ਹਰਫ ਚੀਮਾ ਇਹ ਕਿੱਦਾਂ? ਬਸ ਹਰਫ ਮੇਰਾ ਤਖੱਲੁਸ ਆ ਜੀ ਤੇ ਹਰਵਿੰਦਰ ਸਿੰਘ ਔਲਖ ਮੇਰਾ ਨਾਂ ਜਿਹੜਾ ਅਸਲ, ਤੇ ਚੀਮਾ ਮੇਰਾ ਪਿੰਡ ਆ। ਜਦੋਂ ਕਾਲਜ ਦੇ ਵਿੱਚ ਗਾਉਣਾ ਉਦੋਂ ਸਾਰੇ ਚੀਮਾ ਕਹਿਣ ਲੱਗੇ ਸੀਗੇ ਪਿੰਡ ਕਰਕੇ। ਫਿਰ ਬਸ ਹਰਫ ਚੀਮਾ ਜਿਹੜਾ ਇਹ ਗਾਇਕੀ ਦੇ ਵਿੱਚ ਨਾਂ ਲਿਖਣ ਦੇ ਤੌਰ ਤੇ ਮੈਂ ਵਰਤਦਾ ਜੀ। ਹਰਫ ਦਾ ਮਤਲਬ ਅੱਖਰ? ਹਰਫ ਦਾ ਮਤਲਬ ਅੱਖਰ। ਹਰਫ ਜੀ ਕਿੱਦਾਂ, ਮੈਂ ਉਸੇ ਗੱਲ ਤੇ ਫਿਰ ਤੋਂ ਆਉਣਾ ਹੈ ਕਿ ਇਸ ਸੰਘਰਸ਼ ਦਾ ਹਿੱਸਾ ਬਣਨ ਦੇ ਲਈ ਕੀ ਜ਼ਿਹਨ ਦੇ ਵਿੱਚ ਆਇਆ ਕਿ ਕਿਉਂਕਿ ਇਸ ਤੋਂ ਪਹਿਲਾਂ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਸ਼ਾਇਦ ਐਸਾ ਕਦੇ ਨਹੀਂ ਹੋਇਆ ਹੋਵੇਗਾ ਕਿ ਇਸ ਤਰ੍ਹਾਂ ਦੀ ਮੂਵਮੈਂਟ ਦਾ ਹਿੱਸਾ ਬਣੇ ਹੋਣ ਖੁੱਲੇ ਤੌਰ ਤੇ ਕਲਾਕਾਰ ਭਾਈਚਾਰੇ ਨਾਲ ਜੁੜੇ ਹੋਏ ਲੋਕ, ਤਾਂ ਕਿੱਦਾਂ ਆ ਕੇ ਸੰਘਰਸ਼ ਨਾਲ ਜੁੜੇ? ਬਈ ਸਾਨੂੰ ਵੀ ਨਹੀਂ ਪਤਾ ਲੱਗਿਆ ਕਿਉਂਕਿ ਪਤਾ ਨਹੀਂ ਕਿਉਂ ਐਂ ਜੇ ਲੱਗਿਆ ਵੀ ਜਾਣਾ ਚਾਹੀਦਾ, ਇਹ ਸੰਘਰਸ਼ ਦੇ ਵਿੱਚ ਕੁੱਦਣਾ ਚਾਹੀਦਾ। ਕਿਉਂਕਿ ਮੈਨੂੰ ਕਿਤੇ ਨਾ ਕਿਤੇ ਜਿਹੜੀ ਚੀਜ਼ ਲੱਗਦੀ ਹੁੰਦੀ ਆ, ਹੁਣ ਜਦੋਂ ਜਾਂਦੇ ਆ ਬੁਲਾਰਿਆਂ ਨੂੰ ਵੀ ਸੁਣਦੇ ਆ ਤੇ ਆਪ ਵੀ ਬੋਲਦੇ ਆ, ਜਦੋਂ ਮਿਲਦੇ ਆ ਬਜ਼ੁਰਗਾਂ ਨੂੰ ਮਾਤਾਵਾਂ ਨੂੰ, ਉਦੋਂ ਪਤਾ ਲੱਗਦਾ ਵੀ ਇਹ ਸਾਡੀ ਖੇਤੀ ਢਾਂਚੇ ਨਾਲ ਜਿਹੜੀ ਸਾਂਝ ਆ ਕਿਤੇ ਨਾ ਕਿਤੇ, ਜਿਹੜਾ ਖੇਤੀ ਪ੍ਰਤੀ ਸਾਡਾ ਮੋਹ ਆ। ਕਿਉਂਕਿ ਪਹਿਲਾਂ ਜਦੋਂ ਛੋਟੇ ਹੁੰਦੇ ਖੇਤਾਂ 'ਚ ਜਾਣਾ, ਸਾਰਾ ਦਿਨ ਉੱਥੇ ਫਿਰੀ ਜਾਣਾ ਤੇ ਜਾਮਣਾ ਤੋੜ ਲੀਆਂ, ਅਮਰੂਦ ਖਾ ਲਏ, ਤੇ ਬਸ ਉਹ ਢਾਂਚਾ ਜਿਹੜਾ ਜਦੋਂ ਐਂ ਲੱਗਦਾ ਵੀ ਯਾਰ ਉਹ ਢਾਂਚਾ ਸਾਡੇ ਤੋਂ ਖੋਹਿਆ ਜਾਊਗਾ, ਤੇ ਉਹ ਚੀਜ਼ ਨਹੀਂ ਵੀ ਮਤਲਬ ਇਹ ਮੈਨੂੰ ਲੱਗਦਾ ਸਹਿਣਯੋਗ ਚੀਜ਼ ਨਹੀਂ ਹੈਗੀ। ਬਸ ਉਹਦੇ ਕਰਕੇ ਬਈ ਲੱਗੇ ਹੋਏ ਆ। ਹਰਫ ਇੱਕ ਅਸੀਂ ਦੇਖਿਆ ਕਿ ਜਦੋਂ ਹੁਣ ਟਰੈਕਟਰ ਟਰਾਲੀਆਂ ਦਿੱਲੀ ਵਾਲੇ ਹਰਿਆਣੇ ਵਾਲੇ ਬਾਰਡਰ ਵੱਲ ਨੂੰ ਜਾ ਰਹੇ ਆ ਤੇ ਇੱਕ ਗਾਣਾ ਚੱਲ ਰਿਹਾ ਔਰ ਉਹਦੇ 'ਚ ਤੁਹਾਡੀ ਵੀ ਆਵਾਜ਼ ਹੈ ਜਿਹੜੀ ਉਹ ਸੁਣਾਈ ਦਿੰਦੀ ਹੈ। ਹਾਂਜੀ, ਉਹ ਗੀਤ ਆ ਜੀ ਪੇਚਾ, ਤੇ ਉਹ ਲਿਖਿਆ ਮੈਂ ਆ ਤੇ ਗਾਇਆ ਮੈਂ ਤੇ ਕਮਰ ਗਰੇਵਾਲ ਬਾਈ ਉਹਨਾਂ ਨੇ, ਤੇ ਮੈਂ ਥੋੜਾ ਜਿਹਾ ਸੁਣਾ ਦਿੰਦਾ ਤੁਹਾਨੂੰ। ਵੇਲਾ ਆ ਗਿਆ ਜਾ ਕਿਸਾਨਾਂ ਦੇ ਸਿਸਟਮ ਦੇ ਹਲਕ 'ਚ ਫਾਨਾ, ਖੇਤ ਤੇਰੇ ਖੂਨ ਨੂੰ ਆ ਗਏ ਜੋ ਤੂੰ ਪੱਧਰੇ ਕੀਤੇ ਐਂਟਰ ਨਾਲ, ਖਿੱਚ ਲੈ ਜੱਟਾ ਖਿੱਚ ਤਿਆਰੀ, ਪੇਚਾ ਪੈ ਗਿਆ ਸੈਂਟਰ ਨਾਲ, ਖਿੱਚ ਲੈ ਜੱਟਾ ਖਿੱਚ ਤਿਆਰੀ ਹੋ। ਪੇਚਾ ਤਾਂ ਪੈ ਗਿਆ ਹਰਫ ਜੀ, ਪਰ ਕਿਉਂਕਿ ਮੈਨੂੰ ਲੱਗਦਾ ਕਿ ਹੁਣ ਤੁਸੀਂ ਜਿੱਦਾਂ ਇੰਨੇ ਦਿਨਾਂ ਤੋਂ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਹੋ, ਅਨੇਕਾਂ ਸਟੇਜਾਂ ਤੇ ਤੁਸੀਂ ਗਏ ਹੋ, ਹੁਣ ਤਾਂ ਬਹੁਤ ਚੀਜ਼ਾਂ ਦੀ ਸਮਝ ਆ ਗਈ ਹੋਏਗੀ ਕਿ ਐਕਚੁਅਲ ਦੇ ਵਿੱਚ ਹਾਲਾਤ ਕੀ ਨੇ, ਔਰ ਮੈਨੂੰ ਲੱਗਦਾ ਤੁਹਾਡੀ ਸਾਈਕੀ ਵੀ ਉਸ ਪਾਸੇ ਆ ਗਈ ਹੋਏਗੀ, ਗਾਇਕੀ ਵਾਲੇ ਪਾਸੇ ਹਟ ਕੇ। ਲੱਗਦਾ ਕੀ ਹੈ ਇਹ ਸੰਘਰਸ਼ ਕਿਹੜੇ ਰੂਪ 'ਚ ਜਾ ਰਿਹਾ ਹੈ ਜਾਂ ਇਸ ਸੰਘਰਸ਼ ਦਾ ਅੰਜਾਮ ਕੀ ਹੈ? ਦੇਖੋ, ਪਹਿਲਾਂ ਮੈਂ ਕਿਸੇ ਸੰਘਰਸ਼ ਦਾ ਹਿੱਸਾ ਰਿਹਾ ਨਹੀਂ ਇੱਦਾਂ ਫਿਜ਼ੀਕਲੀ, ਪਰ ਸੁਣਿਆ ਹੈਗਾ ਪਹਿਲਾਂ ਜਿਹੜੇ ਵੀ ਸੰਘਰਸ਼ ਸਾਡੀ ਧਰਤੀ ਤੇ ਲੜੇ ਗਏ ਨੇ ਉਹਨਾਂ ਬਾਰੇ ਸੁਣਨ ਨੂੰ ਕਾਫੀ ਕੁਝ ਮਿਲਿਆ। ਪਰ ਪਹਿਲੀ ਵਾਰੀ ਜਿਹੜੇ ਇਹ ਚੰਗੇ ਸੰਕੇਤ ਨੇ, ਪਹਿਲੀ ਵਾਰੀ ਨੌਜਵਾਨੀ ਦਾ ਇਸ ਤਦਾਦ ਦੇ ਵਿੱਚ ਬਾਹਰ ਨਿਕਲਣਾ ਘਰਾਂ ਤੋਂ, ਫਿਰ ਘਰਾਂ ਤੋਂ ਬਾਹਰ ਨਿਕਲ ਕੇ ਵੀ ਕੋਈ ਹੁੱਲੜਬਾਜ਼ੀ ਨਾ ਕਰਨਾ, ਪ੍ਰੋਪਰ ਤਰ੍ਹਾਂ ਨਾਲ ਚੇਤਨਤਾ ਉਹਨਾਂ ਦੇ ਅੰਦਰ ਆ ਚੁੱਕੀ ਆ, ਸੁਚੇਤ ਨੇ ਆ। ਜਿਹੜਾ ਅੱਜ ਦਾ ਨੌਜਵਾਨ ਆ ਉਹ ਸੁਚੇਤ ਆ। ਤੁਸੀਂ ਹਿਸਾਬ ਲਾ ਲਓ ਵੀ 2.5-3 ਮਹੀਨੇ ਹੋ ਗਏ ਸੜਕਾਂ ਤੇ ਬਜ਼ੁਰਗਾਂ ਨਾਲ ਬੈਠਿਆਂ ਨੂੰ, ਨੌਜਵਾਨਾਂ ਨੂੰ, ਤੇ ਕੋਈ ਪੱਤਾ ਤੱਕ ਨਹੀਂ ਤੋੜਿਆ ਗਿਆ। ਮਤਲਬ ਇੰਨਾ ਸ਼ਾਂਤਮਈ ਪ੍ਰੋਟੈਸਟ ਆ ਜਿਹੜਾ ਚੱਲ ਰਿਹਾ, ਜਿਹੜੀ ਅਸਲ ਡੈਫੀਨੇਸ਼ਨ ਹੁੰਦੀ ਹੈ ਪ੍ਰੋਟੈਸਟ ਦੀ, ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਬਹੁਤ ਵਧੀਆ ਸੰਕੇਤ ਨੇ। ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬਹੁਤ ਵਧੀਆ ਚੀਜ਼ਾਂ ਅੱਗੇ ਆਉਣਗੀਆਂ। ਤੁਹਾਡੇ ਗਾਇਕ ਭਾਈਚਾਰੇ ਤੇ ਕਈ ਸਵਾਲ ਉੱਠਦੇ ਰਹੇ ਨੇ, ਲੋਕ ਕਹਿੰਦੇ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਕਿ ਤੁਹਾਡੇ ਭਾਈਚਾਰੇ ਨੇ ਜਵਾਨੀ ਹੈ ਜਿਹੜੀ ਉਹਨੂੰ ਹੋਰ ਹੀ ਰਾਹ ਪਾ ਦਿੱਤਾ ਸੀ। ਇਸ ਤਰ੍ਹਾਂ ਦੇ ਤੁਸੀਂ ਗਾਣੇ ਗਾਏ, ਚਾਹੇ ਕੋਈ ਵੀ ਹੋਵੇ ਭਾਈਚਾਰਾ ਤੁਹਾਡਾ, ਕਿ ਨੌਜਵਾਨ ਕਿਹੜੇ ਰਾਹ ਜਾ ਰਹੇ ਨੇ। ਅੱਜ ਨਹੀਂ ਲੱਗਦਾ ਕਿ ਅੱਜ ਜਿਹੜਾ ਰਾਹ ਤੁਸੀਂ ਫੜਿਆ ਕਿਤੇ ਨਾ ਕਿਤੇ ਤੁਹਾਡਾ, ਜਿਸ ਤਰ੍ਹਾਂ ਤੁਸੀਂ ਅੱਜ ਕਹਿੰਦੇ ਹੋ ਕਿ ਨੌਜਵਾਨੀ ਤੁਹਾਨੂੰ ਸੁਣਦੀ ਹੈ, ਤੁਹਾਡੀ ਗੱਲ ਸੁਣਦੀ ਹੈ, ਤੁਹਾਡੀ ਗੱਲ ਮੰਨਦੀ ਹੈ, ਹੁਣ ਤੁਸੀਂ ਉਹ ਮੰਨਦੇ ਹੋ ਕਿਉਂਕਿ ਪਹਿਲਾਂ ਤੁਹਾਡਾ ਭਾਈਚਾਰਾ ਨਹੀਂ ਮੰਨਦਾ ਸੀ, ਹੁਣ ਤੁਹਾਨੂੰ ਲੱਗਦਾ ਕਿ ਵਾਕਈ ਜੋ ਤੁਸੀਂ ਗਾਉਣੇ ਹੋ, ਜੋ ਤੁਸੀਂ ਬੋਲਦੇ ਹੋ, ਉਹਨਾਂ ਚੀਜ਼ਾਂ ਦਾ ਅਸਰ ਵਾਕਈ ਪੈਂਦਾ, ਔਰ ਜੋ ਪਹਿਲਾਂ ਗਾਇਆ ਔਰ ਅਗਰ ਤੁਸੀਂ ਉਸ ਤੋਂ ਥੋੜਾ ਬਹੁਤਾ ਸੇਧ ਦੇਣ ਵਾਲੀਆਂ ਗੱਲਾਂ ਵੀ ਕਰਦੇ ਹੋ ਤਾਂ ਉਹਦਾ ਅਸਰ ਜ਼ਰੂਰ ਪੈਂਦਾ।
ਬਿਲਕੁਲ ਬਿਲਕੁਲ, ਮੈਂ ਇਸ ਚੀਜ਼ ਤੋਂ ਮੁਨਕਰ ਨਹੀਂ ਹੁੰਦਾ ਵੀ ਜਿਹੜੇ ਗੀਤ ਨੇ ਉਹ ਪ੍ਰਭਾਵ ਛੱਡਦੇ ਨੇ ਨੌਜਵਾਨਾਂ ਦੇ ਉੱਤੇ। ਪਰ ਮੈਨੂੰ ਲੱਗਦਾ ਇੱਥੇ ਇਦੋਂ ਵੀ ਜ਼ਿਆਦਾ ਅਹਿਮ ਸਵਾਲ ਇਹ ਹੋ ਜਾਂਦਾ ਵੀ ਜੇ ਕਲਾਕਾਰਾਂ ਤੋਂ ਨੌਜਵਾਨ ਪ੍ਰਭਾਵਿਤ ਨੇ ਤੇ ਕਲਾਕਾਰ ਕੀ ਤੋਂ ਪ੍ਰਭਾਵਿਤ ਨੇ, ਇਹ ਉਦੋਂ ਵੀ ਵੱਡਾ ਸਵਾਲ ਆ ਵੀ ਕਿਉਂਕਿ ਜਿਹੜਾ ਅਸੀਂ ਪ੍ਰਭਾਵ ਕਬੂਲਦੇ ਹਾਂ ਉਹੀ ਪ੍ਰਭਾਵ ਅਸੀਂ ਅੱਗੇ ਛੱਡਦੇ ਹਾਂ ਕਿਸੇ ਦੇ ਉੱਤੇ। ਤੇ ਜਿਹੜੀ ਸਾਡੀ ਇੱਕ ਆਈਡੀਓਲੋਜੀ ਬਣਦੀ ਹੈ ਕਿਸੇ ਚੀਜ਼ ਨੂੰ ਸੁਣ ਕੇ ਕੋਈ ਪ੍ਰਭਾਵ ਹਾਸਲ ਕਰਕੇ, ਸੋ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਜਿਹੜਾ ਕਲਾਕਾਰ ਉਹ ਸਮਾਜਿਕ ਤਾਣੇ ਬਾਣੇ ਚੋਂ ਹੀ ਨਿਕਲਦਾ। ਜਿਹੜਾ ਉਹਦਾ ਸੰਘਰਸ਼ ਹੁੰਦਾ, ਪਹਿਲਾਂ ਵਾਲਾ ਸੰਘਰਸ਼ ਹੁੰਦਾ, ਉਹਦੇ ਵਿੱਚ ਵੀ ਸਮਾਜ ਦੇ ਵਿੱਚ ਹੀ ਉਹ ਵਿਚਰਦਾ, ਸੋ ਉਸੇ ਸਮਾਜਿਕ ਤਾਣੇ ਬਾਣੇ ਚੋਂ ਹੀ ਨਿਕਲਦਾ ਉਹ। ਜਿਹੜਾ ਕੁਝ ਉਹਨੂੰ ਦਿੱਤਾ ਜਾਂਦਾ ਸਾਰੇ ਕੁਝ ਦਾ ਅਸਰ ਉਹ ਕਬੂਲਦਾ। ਸਾਡਾ ਅੱਜ ਸਮਾਜਿਕ ਤਾਣਾ, ਸਾਡਾ ਰਾਜਨੀਤਿਕ ਤਾਣਾ ਬਾਣਾ, ਸੋ ਕਿਤੇ ਨਾ ਕਿਤੇ ਸਾਰਾ ਕੁਝ ਹੀ ਉਲਝ ਚੁੱਕਿਆ, ਮਤਲਬ ਪੂਰਨ ਰੂਪ 'ਚ ਮੰਨਣਾ ਪਊਗਾ, ਹਰੇਕ ਚੀਜ਼ ਦੇ ਵਿੱਚ ਨਿਘਾਰ ਆ ਚੁੱਕਿਆ। ਉਹਦਾ ਕਾਰਨ ਆ ਵੀ ਅੱਜ ਇਦਾਂ ਦੇ ਗੀਤ ਨੇ, ਇਹਨਾਂ ਨੂੰ ਜ਼ਿਆਦਾ ਉਤਸ਼ਾਹਿਤ ਹੁੰਦੇ ਨੇ ਲੋਕ, ਇਹਨਾਂ ਨੂੰ ਸੁਣ ਕੇ ਇਦਾਂ ਦੇ ਗੀਤ ਹੁੰਦੇ ਨੇ ਜਿਹੜੇ ਆਪਾਂ ਕਹਿੰਦੇ ਨੇ ਵੀ ਚੱਕ ਲੋ ਧਰ ਲੋ ਵਾਲੇ ਥੋੜੇ ਜਿਹੇ ਨਾ, ਤੇ ਪਰ ਚੰਗੇ ਗੀਤ ਵੀ ਸੁਣੇ ਜਾਂਦੇ ਨੇ। ਤੇ ਜਦੋਂ ਸਮਾਜ ਬਦਲਦਾ, ਜੇ ਅੱਜ ਸਮਾਜ 'ਚ ਇੱਕ ਚੰਗੀ ਲਹਿਰ ਉੱਠੀ ਆ, ਜਿਹੜੀ ਇੱਕ ਲੋਕ ਲਹਿਰ ਬਣੀ ਆ, ਸੰਘਰਸ਼ ਆ ਜਿਹੜਾ, ਸੋ ਗੀਤਕਾਰੀ ਵੀ ਬਦਲ ਗਈ, ਸਾਹਿਤ ਵੀ ਬਦਲ ਗਿਆ, ਤੇ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਵੀ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਓਵਰਆਲ ਕਿਸੇ ਜ਼ਮਾਨੇ 'ਚ ਵਾਰਾਂ ਗਾਈਆਂ ਜਾਂਦੀਆਂ ਸੀ, ਢਾਡੀ ਗਾਏ ਜਾਂਦੇ ਸੀ, ਜਾਂ ਇਤਿਹਾਸ ਦੀਆਂ ਗੱਲਾਂ ਹੋਈਆਂ, ਜਾਂ ਤੁਸੀਂ ਸਿੱਧੇ ਤੌਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਬਾਣੀ ਪੜ੍ਹੀ ਜਾਂਦੀ ਹੈ ਜਾਂ ਪਾਠ ਕੀਤਾ ਜਾਂਦਾ, ਤੇ ਜਦੋਂ ਤੁਸੀਂ ਉੱਥੇ ਬੈਠਦੇ ਹੋ ਉਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਉਹ ਤੁਹਾਡੇ ਤੇ ਬਿਲਕੁਲ ਅਸਰ ਕਰਦਾ। ਇਸ ਗੱਲ ਤੋਂ ਤੁਸੀਂ ਮੁੱਕਰ ਨਹੀਂ ਸਕਦੇ। ਨਹੀਂ ਜੀ। ਪਰ ਜਦੋਂ ਤੁਸੀਂ ਇਸ ਲੜਾਈ ਦਾ ਹਿੱਸਾ ਬਣ ਗਏ, ਹਾਂਜੀ, ਕਿਸੇ ਵੇਲੇ ਨਹੀਂ ਲੱਗਾ ਕਿ ਸਰਕਾਰ ਨਾਲ ਮੱਥਾ ਲਾ ਰਹੇ ਆ, ਹਾਂਜੀ, ਤੇ ਇਹਦਾ ਆਨਲਾਈਨ ਟਾਈਮ ਦੇ ਵਿੱਚ ਕਿਤੇ ਕੋਈ ਖਮਿਆਜ਼ਾ ਨਾ ਭੁਗਤਣਾ ਪੈ ਜੇ? ਸਰਕਾਰ ਨਾਲ ਮੱਥਾ ਲਾਉਣ ਲੱਗਿਆ ਕਦੇ ਡਰ ਨਹੀਂ ਲੱਗਿਆ? ਦੇਖੋ, ਕੰਮ ਤਾਂ ਇਹ ਸਰਕਾਰ ਦੇ ਨੇ, ਜਿਹੜੇ ਇਹ ਕੰਮ ਮਤਲਬ ਹੋਣੇ ਚਾਹੀਦੇ ਸੀਗੇ, ਕਿਤੇ ਨਾ ਕਿਤੇ ਨਹੀਂ ਹੋਏ ਕੰਮ। ਇਹ ਮੈਨੂੰ ਲੱਗਦਾ ਵੀ ਪਹਿਲਾ ਕੰਮ ਹੀ ਜਿਹੜਾ ਇਹ ਸਰਕਾਰ ਦਾ, ਉਹਨਾਂ ਨੂੰ ਆ ਕੇ ਗੱਲ ਕਰਨੀ ਚਾਹੀਦੀ ਹੈ ਲੋਕਾਂ 'ਚ ਵੀ ਸਾਡੇ 'ਚ ਕਿੱਥੇ ਕਮੀਆਂ ਰਹੀਆਂ ਨੇ, ਤੇ ਸਾਡਾ ਕੰਮ ਅਸੀਂ ਆਪਦਾ ਫਰਜ਼ ਨਿਭਾਉਣੇ ਆ। ਪਰ ਅੱਜ ਵੀ ਰਾਜਨੀਤਿਕ ਰਵਾਇਤੀ ਪਾਰਟੀਆਂ ਰਾਜਨੀਤਿਕ ਝੰਡਿਆਂ ਦੇ ਥੱਲੇ ਜਿਹੜੀ ਲੜਾਈ ਲੜ ਰਹੀਆਂ ਨੇ, ਮੈਨੂੰ ਲੱਗਦਾ ਵੀ ਉਹ ਵੀ ਖੇਤਾਂ ਦੇ ਪੁੱਤ ਨੇ। ਆਪਾਂ ਇਹ ਲੜਾਈ ਹੈ ਜਿਹੜੀ ਕਿਸਾਨਾਂ ਦੇ ਝੰਡੇ ਦੇ ਹੇਠਾਂ ਲੜੀਏ, ਹੈ ਨਾ। ਤੇ ਅੱਜ ਜਦੋਂ ਬੋਲਦੇ ਆ ਸਾਨੂੰ, ਮੈਨੂੰ ਇਹ ਲੱਗਦਾ ਹੁੰਦਾ ਸਾਡਾ ਕਿਹੜਾ ਕੋਈ ਪਰਸਨਲੀ ਕਿਸੇ ਨਾਲ ਵੱਟਦਾ ਕੋਈ ਰੌਲਾ। ਅੱਜ ਜੇ ਇੱਕ ਮੁੱਦਾ ਉੱਠਿਆ ਹੋਇਆ ਪੰਜਾਬ ਦੇ ਵਿੱਚ, ਜਿਹਦੇ ਵਿੱਚ ਸਾਰੇ ਪੰਜਾਬ ਦਾ ਇੱਕ ਹੋ ਚੁੱਕਿਆ, ਤੇ ਅੱਜ ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਮਿਲ ਕੇ ਆਉਂਦੇ ਨੇ, ਜਦੋਂ ਸੂਬੇ ਦੀ ਸਰਕਾਰ ਨੂੰ ਮਿਲੇ ਨੇ, ਸੂਬੇ ਦੀ ਸਰਕਾਰ ਨਾਲ ਮਿਲ ਕੇ ਹੁਣ ਰੇਲਾਂ 15 ਦਿਨ ਲਈ ਛੱਡਣ ਦਾ ਜਿਹੜਾ ਫੈਸਲਾ ਜਥੇਬੰਦੀਆਂ ਨੇ ਕੀਤਾ ਸੀਗਾ, ਤੇ ਸੂਬੇ ਦੀ ਸਰਕਾਰ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਮੰਨਦੀ ਆ ਵੀ ਇਹ ਸੈਂਟਰ ਵੱਲੋਂ ਬਹੁਤ ਵੱਡਾ ਧੱਕਾ ਸਾਡੇ ਨਾਲ ਕੀਤਾ ਜਾ ਰਿਹਾ। ਇਸ ਤੋਂ ਪਹਿਲਾਂ ਕਿ ਮੈਂ ਅਗਲਾ ਸਵਾਲ ਕਰਾਂ, ਇਹ ਕਿਸਾਨੀ ਮੁੱਦੇ ਨਾਲ, ਕਿਸਾਨੀ ਸੰਘਰਸ਼ ਨਾਲ ਜੁੜਿਆ ਤੁਹਾਡਾ ਇੱਕ ਪਹਿਲਾਂ ਵੀ ਗਾਣਾ ਆਇਆ ਸੀ, ਉਹ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਸੁਣਾਓ, ਕਿਉਂਕਿ ਤੁਸੀਂ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਵੀ ਉਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ। ਹਾਂਜੀ। ਵੋਟਾਂ ਲੈ ਲੂ ਕੇ 5 ਸਾਲ ਨਾ ਲੱਭਦੇ ਆਗੂ ਨੇ, ਜਿੰਨੀਆਂ ਵੀ ਮਾਰੂ ਨੀਤੀਆਂ ਨੇ ਸੈਂਟਰ 'ਚੋਂ ਹੁੰਦੀਆਂ ਲਾਗੂ ਨੇ। ਜਿਹੜੇ ਰਾਤ ਨੂੰ ਦੇਖੇ ਹੋਣੇ ਨੇ ਹੁਣ ਦਿਨੇ ਦਿਸਣਗੇ ਤਾਰੇ ਨੀ, ਤੇਰਾ ਵਾਪਿਆ ਕਿਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ। ਇਹ ਗੀਤ ਸੀਗਾ ਜੀ। ਸਰਕਾਰ ਦੇ ਨਾਲ ਸਿੱਧਾ ਪੰਗਾ ਕਦੀ ਪੋਲੀਟੀਕਲੀ, ਕਿਉਂਕਿ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਹੈ ਜਿਹੜੀ ਪਾਰਟੀ ਦੀ, ਜਾਂ ਹੋਰ ਪਾਰਟੀਆਂ ਦੇ ਇੱਥੇ ਵੀ ਨੁਮਾਇੰਦੇ ਨੇ, ਕਦੀ ਕਿਸੇ ਨੇ ਐ ਨਹੀਂ ਕਿਹਾ ਕਿ ਹਰਫ ਕਿਹੜੇ ਚੱਕਰਾਂ 'ਚ ਪਿਆ, ਇਸ ਤਰ੍ਹਾਂ ਦਾ ਸਮਝਾਉਣ ਦੀ ਕਿਸੇ ਨੇ ਕੋਈ ਕਦੇ ਜਾਂ ਦਬਾਅ ਪਾਉਣ ਦੀ ਕਦੇ ਇਦਾਂ ਦੀ ਕੋਸ਼ਿਸ਼ ਨਹੀਂ ਹੋਈ? ਮੈਨੂੰ ਲੱਗਦਾ ਵੀ ਸ਼ਾਇਦ ਅਸੀਂ ਜ਼ਿਆਦਾ ਅੱਗੇ ਲੰਘੇ, ਹੁਣ ਅਸੀਂ 2-2.5 ਮਹੀਨੇ ਸਾਨੂੰ ਲਗਾਤਾਰ ਜਾਂਦਿਆਂ ਨੂੰ ਹੀ ਹੋ ਗਏ ਨਾ। ਤੇ ਦੂਜੀ ਗੱਲ ਇਹ ਆ ਵੀ ਅਸੀਂ ਕਿਸੇ ਦਾ ਨੁਕਸਾਨ ਤਾਂ ਕਰ ਹੀ ਨਹੀਂ ਰਹੇ ਬੇਸਿਕਲੀ। ਅਸੀਂ ਤਾਂ ਕੋਈ ਕਿਸੇ ਨੂੰ ਇਹ ਥੋੜ੍ਹਾ ਵੀ ਕਿਸੇ ਦੇ ਵਿਰੁੱਧ ਕੋਈ ਇੱਕ ਬੰਦਾ ਫੜ ਕੇ ਉਹਦੇ ਵਿਰੁੱਧ ਕਿਸੇ ਇੰਡੀਵਿਜੂਅਲੀ ਕਿਸੇ ਦੇ ਵਿਰੁੱਧ ਬੋਲ ਰਹੇ ਹਾਂ। ਮੈਨੂੰ ਲੱਗਦਾ ਵੀ ਅਸੀਂ ਇੱਕ ਸੈਂਟਰ ਦੇ ਵਿਰੁੱਧ ਬੋਲ ਰਹੇ ਹਾਂ, ਉਹ ਵੀ ਉਹਨਾਂ ਦੀਆਂ ਨੀਤੀਆਂ ਦੇ ਵਿਰੁੱਧ ਬੋਲ ਰਹੇ ਹਾਂ। ਸਾਡਾ ਤਾਂ ਕੋਈ ਪਰਸਨਲੀ ਤਾਂ ਕਿਸੇ ਨਾਲ ਖੁੰਦਕ ਹੈ ਨਹੀਂ, ਸੋ ਮੈਨੂੰ ਲੱਗਦਾ ਵੀ ਬੋਲਣਾ ਚਾਹੀਦਾ ਵੀ ਨਹੀਂ, ਬੋਲਿਆ ਵੀ ਨਹੀਂ ਕਿਸੇ ਨੇ ਹੁਣ ਤੱਕ ਜੀ। ਪਹਿਲੀ ਵਾਰੀ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਕਿ ਤੁਹਾਡਾ ਭਾਈਚਾਰਾ ਖੁੱਲ੍ਹ ਕੇ ਸਾਹਮਣੇ ਆਇਆ, ਤੁਹਾਡੇ ਅਨੇਕਾਂ ਸਾਥੀ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਅਨੇਕਾਂ ਸਾਥੀ ਬੈਠਦੇ ਨੇ, ਕਈ ਬੜੇ ਦਲੇਰਾਂ ਨਾਲ ਪਤਾ ਲੱਗ ਜਾਂਦਾ ਕਿ ਇਹ ਬੰਦਾ ਉੱਤੋਂ ਸਕ੍ਰਿਪਟ ਲੈ ਕੇ ਆਇਆ ਕਿ ਦਿਲੋਂ ਬੋਲ ਰਿਹਾ, ਉਹ ਸਾਫ਼ ਜ਼ਾਹਰ ਹੋ ਜਾਂਦਾ। ਤਾਂ ਜਿਹੜੇ ਲੋਕ ਤੁਹਾਡੇ ਚਿਹਰੇ ਸਾਹਮਣੇ ਆ ਰਹੇ ਨੇ ਉਹ ਬੜੇ ਕਲੀਅਰ ਨੇ, ਪਰ ਕਈ ਐਸੇ ਚਿਹਰੇ ਨੇ ਅਜੇ ਵੀ ਜਿਨ੍ਹਾਂ ਤੋਂ ਲੋਕਾਂ ਨੂੰ ਸ਼ਾਇਦ ਉਮੀਦਾਂ ਬਹੁਤ ਸੀ ਕਿ ਇਹ ਬੜੇ ਕ੍ਰਾਂਤੀਕਾਰੀ ਗਾਣੇ ਗਾਉਂਦੇ ਨੇ ਤੇ ਬੜੀਆਂ ਵੱਡੀਆਂ ਗੱਲਾਂ ਕਰਦੇ ਨੇ, ਉਹ ਗੱਲਾਂ ਬਾਤਾਂ ਨਜ਼ਰ ਨਹੀਂ ਆ ਰਹੀਆਂ। ਕਈ ਤੁਹਾਡੇ ਐਸੇ ਸਾਥੀ ਨੇ ਜਿਹੜੇ ਬਾਹਰ ਨਹੀਂ ਨਿਕਲ ਰਹੇ, ਪਤਾ ਨਹੀਂ ਕਿਹੜੀ ਖੁੱਡ 'ਚ ਵੜ ਗਏ ਜਾਂ ਕੀ ਹੋ ਗਿਆ। ਉਹ ਕਿਉਂ ਐਸਾ ਹੋ ਰਿਹਾ ਕਿ ਉਹਨਾਂ ਲੋਕਾਂ ਨੂੰ ਜਿਹੜੀ ਪੰਜਾਬੀ ਤੋਂ ਜਾਂ ਜਿਹੜੇ ਪੰਜਾਬ ਤੋਂ ਉੱਠੇ ਨੇ ਉਹ ਕਿੱਥੇ ਨੇ? ਹੁਣ ਇਹਦਾ ਕਾਰਨ ਤਾਂ ਜੀ ਮਤਲਬ ਪੂਰਾ ਸਪਸ਼ਟ ਕਾਰਨ ਤਾਂ ਮੈਨੂੰ ਲੱਗਦਾ ਵੀ ਉਹਨਾਂ ਤੋਂ ਪਤਾ ਲੱਗ ਸਕਦਾ ਜਾ ਕੇ। ਜਿਵੇਂ ਹੁਣ ਮੇਰੇ ਵਰਗਾ ਬੰਦਾ ਤਾਂ ਆਪਾਂ ਅੰਦਾਜ਼ੇ ਲਾ ਸਕਦੇ ਹਾਂ ਆਪਾਂ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ, ਪਰ ਜਿਹੜਾ ਅਸਲ ਜਵਾਬ ਆ ਮੈਨੂੰ ਲੱਗਦਾ ਵੀ ਉਹਨਾਂ ਤੋਂ ਆਪਾਂ ਨੂੰ ਜ਼ਿਆਦਾ ਦਰੁਸਤ ਮਿਲੂਗਾ। ਉਹਦੇ ਬਾਵਜੂਦ ਮੈਨੂੰ ਇਹ ਲੱਗਦਾ ਹੁੰਦਾ ਵੀ
ਕੁਝ ਮੁੱਦੇ ਨਿੱਜੀ ਤੌਰ ਤੇ ਸਾਡੇ ਨਾਲ ਜੁੜੇ ਹੁੰਦੇ ਨੇ। ਕਈ ਵਾਰੀ ਇਹ ਵੀ ਹੁੰਦਾ, ਮਤਲਬ ਇਦੋਂ ਪਹਿਲਾਂ ਵੀ ਕਿੰਨੇ ਅੰਦੋਲਨ ਹੋਏ, ਜੇ ਅਸੀਂ ਨਹੀਂ ਹਲੂਣੇ ਗਏ, ਮੈਂ ਨਹੀਂ ਗਿਆ ਸਪੈਸ਼ਲੀ, ਜੇ ਮੈਂ ਆਪਦੇ ਆਪ 'ਚ ਵੀ ਇਹ ਨੁਕਸ ਮੇਰੇ 'ਚ ਵੀ ਹੋ ਸਕਦਾ ਵੀ ਮੈਂ ਪਹਿਲਾਂ ਨਾ ਗਿਆ ਹੋਵਾਂ, ਆਹ ਚੀਜ਼ ਨਾਲ ਮੈਂ ਆਪਦੇ ਆਪ ਨੂੰ ਜੁੜਿਆ ਮਹਿਸੂਸ ਕੀਤਾ, ਆਪਦੇ ਖੇਤਾਂ ਨਾਲ ਮੈਨੂੰ ਲੱਗਦਾ ਮੈਂ ਤਾਂ ਤੁਰਿਆ, ਹਨਾ। ਤੇ ਹੁਣ ਕਿਸੇ ਨੂੰ ਇਹ ਮੁੱਦਾ ਕਿੱਡਾ ਲੱਗਦਾ, ਵੱਡਾ ਲੱਗਦਾ, ਛੋਟਾ ਲੱਗਦਾ, ਕਈ ਵਾਰੀ ਆਪਾਂ ਮੋਹਾਲੀ ਚੰਡੀਗੜ੍ਹ ਗੱਲ ਕਰ ਰਹੇ ਹੁੰਦੇ, ਮੈਨੂੰ ਲੱਗਦਾ ਘੰਟਾ ਸਾਡੀ ਬਹਿਸ ਹੁੰਦੀ ਰਹਿੰਦੀ ਆ। ਉਹ ਕਹਿੰਦੇ ਨੇ ਵੀ ਯਾਰ ਐਡਾ ਕੋਈ ਬੜਾ ਫਰਕ ਨਹੀਂ ਪੈਣਾ ਹੈਗਾ, ਵੀ ਕੱਲ ਨੂੰ ਜਦੋਂ ਕਾਰਪੋਰੇਟ ਘਰਾਣਿਆਂ ਨੇ ਆਉਣਾ, ਜੇ ਕਹੀ ਵੀ ਜਾਂਦੇ ਨੇ ਸਾਰਾ ਸਿਸਟਮ ਜੋ ਵੀ ਹੈ ਨਾ, ਵੀ ਬੰਦੇ ਨੇ ਤਾਂ ਆਪਣੀ ਮਰਜ਼ੀ ਨਾਲ ਹੀ ਕੰਟਰੈਕਟ ਕਰਨਾ ਨਾ। ਪਹਿਲੇ ਹੀ ਕਿਉਂਕਿ ਤੁਹਾਡੇ ਇਲਾਕੇ ਦੀ ਕਿ ਪੂਰੇ ਪੰਜਾਬ ਦੀ ਅਸੀਂ ਗੱਲ ਕਰ ਲਈਏ, ਪਰ ਤੁਹਾਡਾ ਇਲਾਕਾ ਤਾਂ ਜ਼ਿਆਦਾ ਪ੍ਰਭਾਵਿਤ ਹੈ। ਹਾਂਜੀ। ਮੈਂ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਹਾਂ। ਫਰੀਦਕੋਟ, ਤੁਸੀਂ ਮੁਕਤਸਰ, ਮਾਨਸਾ, ਬਠਿੰਡਾ, ਸੰਗਰੂਰ, ਬਰਨਾਲਾ, ਇਹ ਬੈਲਟ ਦਾ ਜ਼ਿਆਦਾ ਕਿਸਾਨੀ ਦੇ ਜਿਹੜੀ ਹਾਲਤ ਸਭ ਦੇ ਸਾਹਮਣੇ ਆ। ਹਾਂਜੀ। ਕਿੰਨੇ ਘਰਾਂ ਦੇ ਵਿੱਚ ਕਈ ਖੁਦਕੁਸ਼ੀਆਂ ਜਿਹੜੀਆਂ ਹੋ ਚੁੱਕੀਆਂ ਨੇ, ਔਰ ਉੱਥੋਂ ਹੀ ਕਿਸਾਨੀ ਸੰਘਰਸ਼ ਹੈ ਜਿਹੜਾ ਉਹਦੀ ਕਿਸੇ ਟਾਈਮ ਸ਼ੁਰੂਆਤ ਹੋਈ। ਹਰਫ, ਇਸ ਪੂਰੇ ਮਸਲੇ ਨੂੰ ਲੈ ਕੇ ਤੁਸੀਂ ਆਪਸ ਦੇ ਵਿੱਚ ਕਿਸ ਤਰ੍ਹਾਂ ਦੀਆਂ ਵਿਚਾਰ ਵਟਾਂਦਰਾ, ਜੋ ਅਗਲੀ ਰਣਨੀਤੀ ਬਣਾਉਣੀ ਹੁੰਦੀ ਹੈ, ਤੁਸੀਂ ਹੁਣ ਦਿੱਲੀ ਚਲੋ ਦੇ ਨਾਲ ਆ ਕੇ ਡਟੇ ਕਿ ਅਸੀਂ ਨਾਲ ਜਾਵਾਂਗੇ ਦਿੱਲੀ, ਤਾਂ ਤੁਸੀਂ ਦਿੱਲੀ ਜਾਣ ਨੂੰ ਲੈ ਕੇ ਕੋਈ ਆਪਸ ਵਿੱਚ ਮੀਟਿੰਗ ਕੀਤੀ ਹੈ, ਔਰ ਕੀ ਤੁਹਾਡੀ ਰਣਨੀਤੀ ਤਿਆਰ ਹੋਈ ਹੈ ਕਿ ਕਿੱਦਾਂ ਤੁਸੀਂ ਕਿਸਾਨਾਂ ਦੇ ਨਾਲ ਦਿੱਲੀ ਜਾਣਾ ਹੈ, ਜਾਂ ਤੁਸੀਂ ਜਿਹੜੇ ਕਿਉਂਕਿ ਬੈਰੀਅਰ ਤੇ ਰੋਕ ਲਿਆ ਗਿਆ ਉਹਨਾਂ ਨੂੰ, ਜਾਂ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਦੀ ਸਪੋਰਟ ਕਰਨੀ ਹੈ? ਦੇਖੋ, ਜਿਵੇਂ ਤੁਸੀਂ ਇੱਕ ਪਹਿਲਾਂ ਬੜੀ ਵਧੀਆ ਗੱਲ ਕਹੀ ਸੀ ਵੀ ਜਦੋਂ ਪਹਿਲਾਂ ਜੰਗਾਂ ਯੁੱਧਾਂ ਹੁੰਦੀਆਂ ਸੀਗੀਆਂ ਤਾਂ ਮਤਲਬ ਯੋਧਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਸੀ। ਸੋ ਮੈਨੂੰ ਲੱਗਦਾ ਵੀ ਸਾਡਾ ਰੋਲ ਤਾਂ ਸਾਡਾ ਇਹੀ ਬਣਦਾ ਬੇਸਿਕਲੀ ਦੇਖਿਆ ਜਾਵੇ। ਹੁਣ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ 2-3 ਦਿਨ ਪਹਿਲਾਂ, ਸਾਰੇ ਕਲਾਕਾਰ ਭਾਈਚਾਰੇ ਵੱਲੋਂ ਜਾਂ ਸਮਾਜ ਸੇਵੀ ਨੇ, ਜਿੰਨੇ ਸਟੂਡੈਂਟ ਯੂਨੀਅਨ ਨੇ ਜਾਂ ਫਿਲਮ ਅਦਾਕਾਰ ਨੇ, ਫਿਲਮੀ ਅਦਾਕਾਰ ਨੇ, ਸੋ ਉਹਦੇ ਵਿੱਚ ਇਹੀ ਡਿਸਕਸ਼ਨਸ ਹੋਈਆਂ ਨੇ ਸਾਡੀਆਂ ਵੀ ਆਪਾਂ ਸਪੋਰਟਿੰਗ ਰੋਲ ਆ ਜਿਹੜਾ ਜਥੇਬੰਦੀਆਂ ਦੇ ਨਾਲ ਉਹ ਪਲੇ ਕਰਾਂਗੇ। ਉਹਦੇ ਵਿੱਚ ਵੀ ਇਹੀ ਆ, ਕੱਲ ਨੂੰ ਉਹਨਾਂ ਦੀ ਕੋਈ ਸਟੇਜ ਲੱਗਦੀ ਹੈ ਕਿਤੇ ਵੀ ਜਿੱਥੇ ਰੋਕ ਲਿਆ ਜਾਂਦਾ ਜਾਂ ਕੋਈ ਵੱਡਾ ਮੋਰਚਾ ਲੱਗਦਾ, ਉੱਥੇ ਆਪਦੇ ਗੀਤਾਂ ਦੇ ਜ਼ਰੀਏ ਅਸੀਂ ਉੱਥੇ ਹਾਜ਼ਰੀਆਂ ਲਵਾਵਾਂਗੇ, ਤੇ ਤਾਂ ਕਿ ਜਿਹੜਾ ਜੋਸ਼ ਹੈ ਇਹ ਬਣਿਆ ਰਹੇ, ਜਿਹੜਾ ਇਹ ਹੌਸਲਾ ਬਣਿਆ ਰਹੇ। ਅੱਜ ਤੁਹਾਡੇ ਵਰਗੇ ਕਹਿ ਕੇ ਮੈਨੂੰ ਲੱਗਦਾ ਲੱਖਾਂ ਰੁਪਈਆ ਤੁਸੀਂ ਲੈਂਦੇ ਆ ਘੰਟਿਆਂ ਦੇ ਹਿਸਾਬ ਨਾਲ, ਮਹਿੰਗੇ ਤੁਹਾਡੇ ਸ਼ੋਅ ਚੱਲਦੇ ਨੇ, ਤਾਂ ਪਹਿਲਾਂ ਕਈ ਲੋਕਾਂ ਨੂੰ ਇਦਾਂ ਖਦਸ਼ੇ ਵੀ ਸੀ ਕਿ ਲੱਖਾਂ ਰੁਪਈਆ ਲੈ ਕੇ ਘੰਟਿਆਂ ਦੇ ਹਿਸਾਬ ਨਾਲ ਗਾਉਣ ਵਾਲੇ ਇਹ ਗਾਇਕ ਨੇ ਜਿਹੜੇ, ਇਹ ਕਿੱਦਾਂ ਇਹਨਾਂ ਸਟੇਜਾਂ ਤੇ ਆਉਣਗੇ। ਜਦੋਂ ਪਹਿਲੇ ਦਿਨ ਸ਼ੁਰੂਆਤ ਹੋਈ ਸੀ ਤਾਂ ਉਦੋਂ ਇਦਾਂ ਦੀਆਂ ਚਰਚਾਵਾਂ ਵੀ ਸੀ ਕਿ ਨਾ ਤਾਂ ਇਹਨਾਂ ਨੂੰ ਕੋਈ ਜ਼ਿਆਦਾ ਪਤਾ ਹੈ, ਨਾ ਤਾਂ ਇਹਨਾਂ ਨੂੰ ਕੋਈ ਜਾਣਕਾਰੀ ਹੈ, ਬਸ ਇੱਕ ਲਹਿਰ ਜੀ ਇਕੱਠੇ ਹੋ ਕੇ ਆ ਗਏ ਆ, ਆਉਣਗੇ ਤੇ ਉੱਠ ਜਾਣਗੇ। ਇਹ ਸਵਾਲ ਵੀ ਲਗਾਤਾਰ ਉੱਠਦੇ ਆ ਕਿ ਤੁਸੀਂ ਕਿੰਨਾ ਚਿਰ ਡਟੇ ਰਹੋਗੇ, ਤੁਸੀਂ ਉੱਥੇ ਬੈਠੇ ਰਹੋਗੇ ਕਿ ਨਹੀਂ ਬੈਠੇ ਰਹੋਗੇ। ਉਹ ਜਰਾ ਤਸਵੀਰ ਸਾਫ਼ ਕਰੋ ਕਿ ਪਹਿਲੇ ਦਿਨ ਤੁਸੀਂ ਸੋਚ ਲਿਆ ਸੀ, ਜਾਂ ਫਿਰ ਹੁਣ ਹੌਲੀ ਜਿੱਦਾਂ ਸੰਘਰਸ਼ ਅੱਗੇ ਵਧ ਰਿਹਾ ਉਵੇਂ ਤੁਸੀਂ ਰਣਨੀਤੀ ਬਣਾ ਰਹੇ ਹੋ ਕਿ ਕਿਤੋਂ ਤੱਕ ਤੁਸੀਂ ਉੱਥੇ ਡਟਣਾ, ਖੜੇ ਰਹਿਣਾ ਨਾਲ, ਤੇ ਜਿੱਦਾਂ ਇਹ ਵੀ ਚਰਚਾਵਾਂ ਨੇ ਕਿ ਯਾਰ ਇਹਨਾਂ ਦੇ ਸ਼ੋਅ ਲੱਗਣ ਲੱਗ ਗਏ ਤੇ ਇਹਨਾਂ ਨੇ ਤਾਂ ਮੈਦਾਨ ਛੱਡ ਕੇ ਆਪਦੇ ਸ਼ੋਅ ਵਾਲੇ ਪਾਸੇ ਹੋ ਜਾਣਾ। ਹਾਂਜੀ। ਦੇਖੋ, ਇੱਕ ਜਿਹੜੀ ਵਧੀਆ ਚੇਂਜ ਆਇਆ ਬਹੁਤ ਵੱਡੇ ਲੈਵਲ ਤੇ ਮਾਸ ਦੇ ਵਿੱਚ, ਇੱਕ ਬਹੁਤ ਵੱਡਾ ਚੇਂਜ ਆਇਆ, ਤਬਦੀਲੀ ਜਿਹੜੀ ਮੈਂ ਕਹੂੰਗਾ ਮੈਨੂੰ ਦੇਖਣ ਨੂੰ ਮਿਲੀ ਆ, ਉਹ ਕੀ ਆ ਵੀ ਅੱਜ ਸਾਡੇ ਮਾਲਵੇ ਦੇ ਵਿੱਚ ਇਹ ਕਲਚਰ ਆ ਗਿਆ ਵੀ ਕੰਮ ਤੇ ਸੰਘਰਸ਼ ਪੈਰਲਲ ਚੱਲ ਰਹੇ ਨੇ। ਅੱਜ ਤੁਸੀਂ ਦੇਖੋਗੇ ਵੀ ਜੇ 2 ਬੰਦੇ ਖੇਤ ਦੇ ਵਿੱਚ ਕੰਮ ਕਰਦੇ ਨੇ, ਆ ਹੁਣ ਫਸਲਬਾੜੀ ਸਾਂਭੀ ਗਈ ਆ ਪਿਛਲੇ ਦਿਨਾਂ ਦੇ ਵਿੱਚ, ਤਾਂ ਸਾਡੀਆਂ ਮਾਤਾਵਾਂ ਸੀ ਉਹ ਹਾਜ਼ਰੀ ਲਵਾਉਂਦੀਆਂ ਸੀ ਧਰਨੇ ਦੇ ਵਿੱਚ ਆ ਕੇ। ਅੱਜ ਮਾਲਵੇ ਦਾ ਕਲਚਰ ਇਹ ਹੋ ਗਿਆ ਵੀ ਜੇ 5 ਸਾਲ ਵੀ ਸੰਘਰਸ਼ ਚੱਲਦਾ ਜਾਂ ਇਦਾਂ ਦੇ ਹੋਰ ਸੰਘਰਸ਼ਾਂ ਦੀ ਲੋੜ ਪੈਂਦੀ ਆ ਤਾਂ ਅਸੀਂ ਇਹ ਮਤਲਬ ਵਿਉਂਤਬੰਦੀ ਕਰਾਂਗੇ ਵੀ ਕੰਮ ਵੀ ਚੱਲੀ ਜਾਣ ਤੇ ਨਾਲ ਸੰਘਰਸ਼ ਵੀ ਚੱਲੀ ਜਾਣ। ਕਿਤੇ ਨਾ ਕਿਤੇ ਉਹਨਾਂ ਨੇ ਵੀ ਖੇਤੀਬਾੜੀ ਸਾਂਭੀ ਆ। ਸੋ ਇਹੀ ਕੰਮ ਮੈਨੂੰ ਲੱਗਦਾ ਵੀ ਜਿਵੇਂ ਹੁਣ ਮੰਨ ਲਓ ਅਸੀਂ ਆ, ਜੇ ਸਾਡਾ ਪ੍ਰੋਗਰਾਮ ਹੁੰਦਾ, ਸ਼ੋਅ ਆਉਂਦਾ, ਅਸੀਂ ਉਹ ਵੀ ਲਾਵਾਂਗੇ, ਉਹਦੇ ਨਾਲ ਰਾਹ 'ਚ ਕੋਈ ਧਰਨਾ ਸਾਨੂੰ ਮਿਲਦਾ ਅਸੀਂ ਉਹਦੇ ਉੱਤੇ ਖੜਾਂਗੇ, ਜਾਂ ਜਿੱਦਣ ਇੱਕ ਦਿਨ ਪ੍ਰੋਗਰਾਮ ਆ 2 ਦਿਨ ਵਿਹਲੇ ਨੇ ਸਾਡੇ, ਉਹ 2 ਦਿਨ ਅਸੀਂ ਜਾ ਕੇ ਆਪਦੀ ਡਿਊਟੀ ਵਜਾਵਾਂਗੇ ਉੱਥੇ। ਤਾਂ ਬੜੇ ਸਾਫ਼ ਜਿਹੇ ਤਰੀਕੇ ਨਾਲ ਹਰਫ ਦੱਸ ਰਹੇ ਨੇ ਕਿ ਐਸਾ ਨਹੀਂ ਹੈ ਕਿ ਅਸੀਂ ਸ਼ੋਅ ਛੱਡ ਕੇ ਧਰਨੇ ਤੇ ਬੈਠ ਜਾਾਂਗੇ, ਉਹ ਸਾਡਾ ਕੰਮ ਹੈ, ਉਹ ਵੀ ਕਰਨਾ, ਪਰਿਵਾਰ ਵੀ ਚਲਾਉਣਾ, ਕਿਉਂਕਿ ਇਹਨਾਂ ਦਾ ਤਾਂ ਰੁਜ਼ਗਾਰ ਹੀ ਇਹ ਹੈ, ਰੋਟੀ ਪਾਣੀ ਇੱਥੋਂ ਹੀ ਚਲਾਉਣਾ, ਉਹ ਵੀ ਨਾਲ ਹੀ ਕਰਦੇ ਰਹਿਣਗੇ। ਹਰਫ, ਮੈਨੂੰ ਲੱਗਦਾ ਹੈ ਕਿ ਐਸਾ ਨਹੀਂ ਹੈ ਕਿ ਪਹਿਲੀ ਵਾਰੀ ਤੁਸੀਂ ਇਦਾਂ ਦੀ ਚੀਜ਼ ਕੀਤੀ ਹੋਵੇ। ਪੰਜਾਬੀ ਨੂੰ ਲੈ ਕੇ ਵੀ ਤੁਸੀਂ ਪਹਿਲਾਂ ਇੱਕ ਵਾਰੀ ਸ਼ਾਇਦ ਹਾਂਜੀ ਮੇਰਾ ਸ਼ੁਰੂ ਪਹਿਲਾਂ ਤਾਂ ਲਾਈਨਾਂ ਗਾਣਾ ਸੁਣਾਓ। ਹਾਂਜੀ, ਪਹਿਲਾ ਗੀਤ ਸੀਗਾ ਜੀ ਉਹ ਮੇਰੀ ਜ਼ਿੰਦਗੀ ਦਾ, ਮੈਂ ਜਦੋਂ ਐਂਟਰੀ ਹੋਈ ਆ ਮੇਰੀ ਪੰਜਾਬੀ ਇੰਡਸਟਰੀ ਦੇ ਵਿੱਚ, ਪੰਜਾਬੀ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕ ਨਹੀਂ, ਉਹ ਸੀਗਾ ਗੀਤ ਵੀ ਪਿੰਡ ਦੀਆਂ ਗਲੀਆਂ 'ਚ ਖੇਡ ਕੱਢ ਦਿੱਤੇ ਬੜੇ ਅਣਮੁੱਲੇ ਉਹ ਸਾਲ ਨਹੀਂ ਭੁੱਲਦੇ, 4 ਪਾਥੀਆਂ ਤੇ ਤੇਲ ਪਾ ਕੇ ਬਾਲੀਆਂ ਸੀ ਧੂਣੀਆਂ ਮੈਂ ਖੁੰਡਾਂ ਉੱਤੇ ਕੱਢ ਤੇ ਸਿਆਲ ਨਹੀਂ ਭੁੱਲਦੇ, ਕਿਸੇ ਸੋਹਣੀ ਦੀਆਂ ਜ਼ੁਲਫਾਂ ਨੇ ਕੀ ਯਾਦ ਆਉਣੀਆਂ ਬੇਬੇ ਦੇ ਹੀ ਉਲਝੇ ਹੋਏ ਵਾਲ ਨਹੀਂ ਭੁੱਲਦੇ, ਸੀਸ ਦੇ ਕੇ ਜਿਨ੍ਹਾਂ ਦੇ ਜਵਾਬ ਦਿੱਤੇ ਸਿੱਖਾਂ ਨੇ ਚੀਮੇ ਕੌਮ ਉੱਤੇ ਉੱਠੇ ਉਹ ਸਵਾਲ ਨਹੀਂ ਭੁੱਲਦੇ। ਗਾ ਕੇ ਸੁਣਾਓ ਹੁਣ ਇਹਨੂੰ, ਫਿਰ ਇਹ ਸ਼ੇਰ ਹੀ ਸੀ, ਗੀਤ ਗਾਉਣਾ ਇਸ ਤੋਂ ਬਾਅਦ ਨਾ, ਕਿਉਂਕਿ ਅੱਗੇ ਬੋਲ ਸੀ ਉਹਦੇ ਜੀ। ਵਿਰਸੇ ਨੂੰ ਚਿੰਬੜੀਏ ਫੈਸ਼ਨਾਂ ਦੀ ਜੋਕਨੀ, ਪੰਜਾਬੀ ਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕ ਨੀ, ਪੰਜਾਬੀ ਏ ਜ਼ੁਬਾਨੇ ਨੀ ਮਿੱਠੀ ਏ ਜ਼ੁਬਾਨੇ,
ਚੰਡੀਗੜ੍ਹ ਕੋਠੀ ਲਈਏ ਲੋੜ ਕੀ ਜ਼ਮੀਨ ਦੀ, ਛੱਡ ਬਾਪੂ ਚਾਦਰੇ ਨੂੰ ਟੌਰ ਦੇਖ ਜੀਨ ਦੀ, ਚਾਦਰੇ ਦੇ ਬਾਝੋਂ ਰੋਵੇ ਜੁੱਤੀ ਵਾਲੀ ਨੋਕ ਨੀ, ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕ ਨੀ, ਪੰਜਾਬੀਏ ਜ਼ੁਬਾਨੇ ਨੀ, ਪੰਜਾਬੀ ਜ਼ੁਬਾਨ ਜਿਹਨੇ ਤੁਹਾਨੂੰ ਤੇ ਸਾਨੂੰ ਦੋਨਾਂ ਨੂੰ ਰੋਟੀ ਪਾਇਆ, ਅਨੇਕਾਂ ਨੂੰ ਰੋਟੀ ਪਾਇਆ, ਹਾਂਜੀ। ਔਰ ਉਸੇ ਪੰਜਾਬੀ ਦਾ ਦਿੱਤਾ ਅਸੀਂ ਖਾ ਰਹੇ ਹਾਂ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਕਈ ਲੋਕ ਆਪਦੀ ਮਾਤਰ ਭਾਸ਼ਾ ਨੂੰ ਬੋਲਣ ਦੇ ਵਿੱਚ ਕਈ ਵਾਰੀ ਸ਼ਰਮ ਮਹਿਸੂਸ ਕਰਦੇ ਆ। ਤਾਂ ਹਰਫ ਗਾਣੇ ਤਾਂ ਪੰਜਾਬੀ ਚ ਗਾ ਹੀ ਰਿਹਾ, ਕਿਉਂਕਿ ਉਹਦੀ ਕਮਾਈ ਵੀ ਖਾ ਰਿਹਾ, ਰੁਜ਼ਗਾਰ ਵੀ ਪੰਜਾਬੀ ਤੇ ਖੜਾ। ਤਾਂ ਤੁਸੀਂ ਪਿੰਡ ਦੇ ਨਾਲ ਕੀ, ਤੁਸੀਂ ਤਾਂ ਨਹੀਂ ਕਿ ਕਿਉਂਕਿ ਤੁਸੀਂ ਵੀ ਚੰਡੀਗੜ੍ਹ ਇੱਥੇ ਵੀ ਪੜ੍ਹੇ ਹੋ ਜਾਂ ਹੁਣ ਵੀ ਇੱਥੇ ਰਹਿੰਦੇ ਹੋ, ਤਾਂ ਪੰਜਾਬ ਦੇ ਨਾਲ ਫਿਰ ਆਪਦੇ ਪਿੰਡ ਚੀਮੇ ਨਾਲ ਕਿਵੇਂ ਜੁੜਿਆ ਹੋਇਆ ਹਰਫ? ਮੈਨੂੰ ਲੱਗਦਾ ਬੇਬੇ ਰਹਿੰਦੇ ਹਾਂਜੀ ਹਾਂ, ਮੇਰੇ ਮਾਤਾ ਜੀ ਪਿੰਡ ਹੀ ਰਹਿੰਦੇ ਨੇ ਤੇ ਮੈਂ ਤਾਂ ਜਾਂਦਾ ਰਹਿਣਾ ਬਾਈ। ਮੈਂ ਤਾਂ ਬਹੁਤ ਗੇੜੇ ਵੱਜਦੇ ਨੇ ਮੇਰੇ ਤਾਂ ਪਿੰਡ, ਗੇੜੇ ਵੀ ਕੀ ਵੱਜਦੇ ਨੇ, ਮੈਨੂੰ ਲੱਗਦਾ ਸਾਰਾ ਸਿਆਲ ਜਦੋਂ ਸਾਡਾ ਵਿਆਹਾਂ ਦਾ ਸੀਜ਼ਨ ਹੁੰਦਾ ਮੈਂ ਪਿੰਡੋਂ ਹੀ ਜਾਂਦਾ ਹੁੰਦਾ ਪ੍ਰੋਗਰਾਮ ਤੇ। ਉਹਦਾ ਕਾਰਨ ਇਹ ਹੁੰਦਾ ਵੀ ਮੇਰੇ ਪ੍ਰੋਗਰਾਮ ਵੀ ਜ਼ਿਆਦਾ ਮਾਲਵਾ ਬੈਲਟ 'ਚ ਹੁੰਦੇ ਨੇ ਤੇ ਜਾਂ ਲੁਧਿਆਣੇ ਹੋ ਗਏ, ਉੱਥੋਂ ਫਿਰ ਸਾਰਾ ਘੰਟੇ ਕੁ ਦੀ ਵਾਟ ਹੀ ਪੈਂਦੀ ਆ, 50 ਮਿੰਟ ਦੀ, ਘੰਟੇ ਕੁ ਦੀ ਵਾਟ। ਸੋ ਮੈਂ ਜ਼ਿਆਦਾ ਹਿੱਸਾ ਪਿੰਡ ਹੀ ਰਹਿਣਾ ਜੀ। ਹਰਫ ਜੀ, ਅਖੀਰ ਦੇ ਵਿੱਚ ਮੈਂ ਤੁਹਾਡੇ ਤੋਂ ਇਹੀ ਕਿ ਵੀ ਹੁਣ ਹਰਫ ਆਪਦੇ ਹੋਰ ਸਾਥੀ ਜਿਹੜੇ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸ਼ਾਇਦ ਅਜੇ ਸੰਘਰਸ਼ ਦਾ ਹਿੱਸਾ ਨਹੀਂ ਬਣੇ, ਉਹਨਾਂ ਨੂੰ ਵੀ ਨਾਲ ਜੋੜਨ ਦੀ ਕੀ ਕੋਸ਼ਿਸ਼ ਕਰਦਾ ਕਿ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਕਿ ਆਓ ਯਾਰ ਅੱਜ ਲੋੜ ਆ, ਉਹਨਾਂ ਨੂੰ ਨਾਲ ਜੋੜਦੇ ਹੋ, ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹੋ, ਤੇ ਕਿਸ ਤਰ੍ਹਾਂ ਦਾ ਰਿਸਪੌਂਸ ਆਉਂਦਾ? ਔਰ ਆਉਣ ਵਾਲੇ ਟਾਈਮ ਦੇ ਵਿੱਚ ਹਰਫ ਚੀਮਾ ਤੇ ਉਹਦੇ ਸਾਥੀ ਕੀ ਕਰ ਸਕਦੇ ਨੇ? ਕਿਸ ਤਰ੍ਹਾਂ ਦੀ ਰਣਨੀਤੀ ਤੁਹਾਡੀ ਤਿਆਰ ਹੈ? ਦੇਖੋ ਅਸੀਂ ਤਾਂ ਮਤਲਬ ਸਾਡੀ ਗੱਲਬਾਤ ਤਾਂ ਹੁੰਦੀ ਹੀ ਰਹਿੰਦੀ ਹੈ। ਜਿਹੜੇ ਸਾਡੇ ਕੁਝ ਭਰਾ ਨੇ ਬਾਹਰ ਵੀ ਸਟਕ ਹੋਏ ਨੇ, ਉਹਨਾਂ ਨੇ ਵੀ ਆਉਣਾ ਤੇ ਉਹ ਵੀ ਆਪਦੀ ਬਣਦਾ ਕੰਟਰੀਬਿਊਸ਼ਨ ਆ ਜਿਹੜਾ ਪਾਉਣਗੇ। ਪਰ ਚਲੋ ਜਿੰਨੇ ਅਸੀਂ ਇੱਥੇ ਆ ਸਾਰੇ ਜਾਣੇ ਅਸੀਂ ਗਰੁੱਪ ਬਣਾਏ ਹੋਏ ਨੇ, ਜਿੱਦਣ ਵੀ ਕੋਈ ਜਾਣਾ ਵਿਹਲਾ ਹੁੰਦਾ, ਜਿਵੇਂ ਹੁਣ ਮਹਿਤਾ, ਵਿਰਕਾ, ਹਰਜੋਤ ਆ, ਗੱਲਵ ਵੜੈਚ ਆ, ਉਹ ਵੀ ਸਾਡੇ ਭਰਾ ਨੇ, ਉਹ ਵੀ ਐ ਹੁੰਦਾ ਵੀ ਜਿੱਦਣ ਉਹ ਵਿਹਲੇ ਹੁੰਦੇ ਨੇ ਉਹ ਵੀ ਜਾ ਕੇ ਆਉਂਦੇ ਨੇ, ਉਹ ਵੀ ਆਪਦਾ ਬਣਦਾ ਕੰਟਰੀਬਿਊਸ਼ਨ। ਫਿਰ ਉਧਰ ਆਪਣੇ ਮਾਲਵੇ ਵਾਲੇ ਪਾਸੇ ਬਾਈ ਗੁਰਵਿੰਦਰ ਬਰਾੜ ਆ, ਰਾਜਾ ਸਿੱਧੂ ਆ, ਸੋ ਉਹ ਮੈਨੂੰ ਲੱਗਦਾ ਵਿਚਰਦੇ ਘੱਟ ਨੇ ਮੀਡੀਆ 'ਚ, ਪਰ ਜਾਂਦੇ ਉਹ ਵੀ ਨੇ, ਉਹ ਵੀ ਦੂਜੇ ਤੀਜੇ ਦਿਨ ਉਹ ਵੀ ਰੋਜ਼ ਜਾਂਦੇ ਨੇ, ਰੋਜ਼ ਮੰਗੂ ਨਾ। ਤੇ ਕਿਤੇ ਨਾ ਕਿਤੇ ਬਸ ਸਾਡੀ ਗੱਲ ਹੁੰਦੀ ਰਹਿੰਦੀ ਹੈ। ਜਿਹੜਾ ਸਾਡਾ ਕਾਫਲਾ ਬਣਿਆ ਹੋਇਆ ਤੇ ਕੁਝ ਆਰਟ ਦੇ ਲੋਕ ਨੇ, ਜਿਵੇਂ ਪਾਲੀ ਭੁਪਿੰਦਰ ਜੀ ਸੀਗੇ, ਉਹਨਾਂ ਨੇ ਵੀ ਪਿੱਛੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਉਹ ਵੀ ਆਪਦਾ ਬਣਦਾ ਯੋਗਦਾਨ ਪਾ ਰਹੇ ਨੇ। ਵੀਰ ਸਿੰਘ ਹੋ ਗਏ ਸਾਡੇ ਭਰਾ, ਕੰਵਰ, ਮੈਂ, ਜੱਸਾ ਹੋ ਗਿਆ, ਸਾਰੇ ਜਾਣੇ। ਸੋ ਜਿਹਦੇ ਨਾਲ ਗੱਲਬਾਤ ਹੁੰਦੀ ਆ, ਜਿਵੇਂ ਅਸੀਂ ਇੱਕ ਗਰੁੱਪ ਬਣਾਇਆ ਹੋਇਆ, ਉਹਦੇ ਵਿੱਚ ਜਿਹਦੀ ਵੀ ਮਸ਼ਰੂਫੀਅਤ ਨਹੀਂ ਹੁੰਦੀ ਕਿਸੇ ਦਿਨ ਤੇ ਅਸੀਂ ਇਕੱਠੇ ਜਾ ਵੜਦੇ ਹਾਂ, ਨਹੀਂ ਫਿਰ ਅਸੀਂ ਅਲੱਗ-ਅਲੱਗ ਜਿੱਥੇ ਵੀ 2-2 4-4 ਕਰਕੇ ਜਾ ਵੜਦੇ ਹਾਂ। ਹੁਣ ਇਸ ਤੋਂ ਬਾਅਦ ਵੀ ਜਿਵੇਂ ਪੱਕੇ ਮੋਰਚੇ ਲੱਗਣਗੇ, ਉਹਦੇ ਵਿੱਚ ਵੀ ਅਸੀਂ ਇੱਦਾਂ ਕਰਿਆ ਕਰਾਂਗੇ ਵੀ ਇੱਕ ਦਿਨ ਇੱਥੇ, ਦੂਜੇ ਦਿਨ ਇੱਥੇ, ਤੀਜੇ ਦਿਨ ਉੱਥੇ, ਇੱਦਾਂ ਕਰਕੇ ਸ਼ਮੂਲੀਅਤ ਦੇਵਾਂਗੇ ਆਪਦੀ। ਜਾਂਦੇ ਜਾਂਦੇ ਇੱਕ ਉਹੀ ਕਿਸਾਨੀ ਨਾਲ ਜੁੜਿਆ ਹੋਇਆ ਕੋਈ ਗੀਤ ਜ਼ਰੂਰ ਸੁਣਨਾ ਚਾਹਾਂਗੇ। ਹਾਂਜੀ ਹਾਂਜੀ, ਉਸੇ ਨਾਲ ਹੀ ਮੈਂ ਤੁਹਾਡੇ ਇਸ ਅੱਜ ਦੀ ਗੱਲਬਾਤ ਦਾ ਸਮਾਪਤੀ ਕਰਾਂ। ਹਾਂਜੀ ਹਾਂਜੀ। ਅਕਲਾਂ ਵਾਲਿਓ ਚੱਕ ਲੋ ਕਲਮਾ, ਮਾਰ ਲੈਣ ਨਾ ਰਫਲਾਂ ਸਾਨੂੰ। ਅਕਲਾਂ ਵਾਲਿਓ ਚੱਕ ਲੋ ਕਲਮਾ, ਮਾਰ ਲੈਣ ਨਾ ਰਫਲਾਂ ਸਾਨੂੰ। ਅੱਜ ਹਾਰ ਗਏ ਕੀ ਕਹਿਣਗੀਆਂ ਆਉਣ ਵਾਲੀਆਂ ਨਸਲਾਂ ਸਾਨੂੰ। ਵੋਟਾਂ ਵੇਲੇ ਟਾਲ ਜਾਂਦੇ ਨੇ ਲੀਡਰ ਫੋਕੇ ਫੈਂਟਰ ਨਾਲ। ਖਿੱਚ ਲੈ ਜੱਟਾ ਖਿੱਚ ਤਿਆਰੀ, ਪੇਚਾ ਪੈ ਗਿਆ ਸੈਂਟਰ ਨਾਲ। ਖਿੱਚ ਲੈ ਜੱਟਾ ਖਿੱਚ ਤਿਆਰੀ ਹੋ। ਬਹੁਤ ਬਹੁਤ ਸ਼ੁਕਰੀਆ ਹਰਫ ਜੀ। ਤਾਂ ਇਹ ਸਨ ਹਰਫ ਚੀਮਾ ਔਰ ਇਹਨਾਂ ਦਾ ਭਾਈਚਾਰਾ। ਅੱਜ ਇਹ ਕਲਾਕਾਰ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦਿਆਂ ਸਾਡੇ ਨਾਲ ਗੱਲਬਾਤ ਕਰ ਰਹੇ ਸੀ, ਤੁਹਾਡੇ ਰੂਬਰੂ ਸੀ। ਤਾਂ ਕਹਿੰਦੇ ਨੇ ਕਿ ਕਿਸਾਨੀ ਸੰਘਰਸ਼ ਦੇ ਨਾਲ ਡਟੇ ਹੋਏ ਆ, ਔਰ ਗੱਲ ਕਿਸਾਨੀ ਸੰਘਰਸ਼ ਦੀ ਨਹੀਂ, ਗੱਲ ਪੰਜਾਬ ਦੀ ਆ, ਗੱਲ ਪੰਜਾਬੀਅਤ ਦੀ ਆ। ਖੁਦ ਕਹਿੰਦੇ ਨੇ ਕਿ ਕਿਸਾਨਾਂ ਦੇ ਪੁੱਤਾਂ ਖੇਤਾਂ ਦੇ ਵਿੱਚੋਂ ਇੱਥੋਂ ਤੱਕ ਪਹੁੰਚੇ ਨੇ, ਇਸ ਕਰਕੇ ਇਸ ਲੜਾਈ ਦਾ ਹਿੱਸਾ ਔਰ ਉਦੋਂ ਤੱਕ ਹਿੱਸਾ ਬਣੇ ਰਹਿਣਗੇ ਜਦੋਂ ਤੱਕ ਇਹ ਲੜਾਈ ਕਿਸੇ ਨਤੀਜੇ ਤੱਕ ਨਹੀਂ ਪਹੁੰਚ ਜਾਂਦੀ। इस न्यूज के सह प्रायोजक